Hello everyone, welcome you all in your own channel Learn Everything. ਸੋ ਆਪਾਂ ਕਰ ਰਹੇ ਸੀ ਕੈਮਿਸਟਰੀ ਦੇ ਲਈ ਇੰਪੋਰਟੈਂਟ MCQ ਸੀਰੀਜ਼। ਨੈਕਸਟ ਅਸੀਂ S ਬਲਾਕ ਐਲੀਮੈਂਟ ਦੇ ਇੰਪੋਰਟੈਂਟ NCERT MCQs ਦੇਖਾਂਗੇ। ਠੀਕ ਹੈ, ਸੋ NCERT ਦੇ ਵਿੱਚੋਂ ਕੁਐਸਚਨ ਆਉਣ ਦੀ ਕਾਫੀ ਸੰਭਾਵਨਾ ਹੈਗੀ ਆ। ਸੋ ਸ਼ੁਰੂ ਕਰਦੇ ਹਾਂ ਜੀ। ਫਸਟ ਕੁਐਸਚਨ ਹੈ ਕਿ ਜਿਹੜੀਆਂ ਅਲਕਲੀ ਮੈਟਲਸ ਆ ਉਹਨਾਂ ਦਾ ਲੋ ਮੈਲਟਿੰਗ ਪੁਆਇੰਟ ਹੁੰਦਾ। ਅਲਕਲੀ ਮੈਟਲਸ ਆਰ ਲੋ ਮੈਲਟਿੰਗ। Which of the following alkali metal is expected to melt if room temperature is rise to 30 degree Celsius? ਇਹਨਾਂ ਵਿੱਚੋਂ ਕਿਹੜੀ ਅਲਕਲੀ ਮੈਟਲ ਆ ਜਿਹੜੀ ਅਸੀਂ ਐਕਸਪੈਕਟ ਕਰ ਰਹੇ ਹਾਂ ਕੋਈ ਮੈਲਟ ਕਰੇਗੀ ਜੇ ਰੂਮ ਟੈਂਪਰੇਚਰ ਜਿਹੜਾ ਉਹ 30 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ। ਸੋ ਇਹਦੇ ਲਈ ਹੁੰਦੀ ਹੈ ਸੀਜ਼ੀਅਮ। ਠੀਕ ਹੈ, ਸੀਜ਼ੀਅਮ ਇਜ਼ ਦਾ ਰਾਈਟ ਆਂਸਰ। ਕਿਉਂਕਿ ਹੁੰਦਾ ਕੀ ਆ ਜਿਹੜਾ ਮੈਲਟਿੰਗ ਪੁਆਇੰਟ ਆ ਉਹ ਡਿਕਰੀਜ਼ ਕਰਦਾ ਐਜ਼ ਦ ਸਟਰੈਂਥ ਆਫ ਮੈਟੈਲਿਕ ਬੌਂਡਿੰਗ ਡਿਕਰੀਜ਼ਸ ਵਿਦ ਇਨਕਰੀਜ਼, ਮਤਲਬ ਇਨ ਅਟੋਮਿਕ ਸਾਈਜ਼। ਜਿੱਦਾਂ ਅਟੋਮਿਕ ਸਾਈਜ਼ ਵਧੇਗਾ ਨਾ ਮੈਲਟਿੰਗ ਪੁਆਇੰਟ ਉੱਥੇ ਕੀ ਕਰੇਗਾ, ਡਿਕਰੀਜ਼ ਕਰੇਗਾ। ਕਿਉਂਕਿ ਮੈਟੈਲਿਕ ਬੌਂਡਿੰਗ ਦੀ ਸਟਰੈਂਥ, ਮੈਟਲ ਦੀ ਬੌਂਡਿੰਗ ਕਰਨ ਦੀ ਸਟਰੈਂਥ ਘਟਦੀ ਜਾਂਦੀ ਡਾਊਨ ਦਾ ਗਰੁੱਪ। ਸੋ ਡਾਊਨ ਦਾ ਵਿੱਚ ਸੀਜ਼ੀਅਮ ਸਭ ਤੋਂ, ਸੋਡੀਅਮ ਪੋਟਾਸ਼ੀਅਮ ਰਬੀਡੀਅਮ ਸੀਜ਼ੀਅਮ ਆਪਾਂ ਕੀਤਾ ਨਾ। ਸੋ ਨੀਚੇ ਸਭ ਤੋਂ ਜ਼ਿਆਦਾ ਸੀਜ਼ੀਅਮ ਆ ਗਿਆ। ਠੀਕ ਹੈ, ਸੋ ਇਹ ਆ ਜਾਏਗਾ ਆਂਸਰ ਇਹਦਾ ਆਪਸ਼ਨ ਨੰਬਰ ਡੀ। Next, alkali metal react with water vigorously to form hydroxide and dihydrogen। कि alkali metal ਤੁਹਾਨੂੰ ਸਾਰਿਆਂ ਨੂੰ ਪਤਾ ਵਾਟਰ ਨਾਲ ਰਿਐਕਟ ਕਰਦੇ ਬਹੁਤ ਤੇਜ਼ੀ ਨਾਲ ਤੇ ਬਣਾਉਂਦੇ ਆ ਹਾਈਡਰੋਕਸਾਈਡ ਤੇ ਡਾਈਹਾਈਡਰੋਜਨ। ਠੀਕ ਹੈ, ਤੇ ਇਹਨਾਂ ਵਿੱਚੋਂ ਪੁੱਛਦਾ ਕਿਹੜੀ ਅਲਕਲੀ ਮੈਟਲ ਆ ਉਹ ਵਾਟਰ ਨਾਲ ਬਿਲਕੁਲ ਲੀਸਟ ਵਿਗਰਸਲੀ ਮਤਲਬ ਈਜ਼ੀਲੀ ਰਿਐਕਟ ਨਹੀਂ ਕਰੇਗੀ। ਉਹ ਕਿਹੜੀ ਹੈਗੀ ਆ, ਉਹ ਹੈ ਲੀਥੀਅਮ। ਕਿਉਂਕਿ ਰਿਐਕਟੀਵਿਟੀ ਜਿਹੜੀ ਆ ਨਾ ਇਹ ਵਾਲੀ ਇਹ ਡਾਊਨ ਦਾ ਗਰੁੱਪ ਵੱਧਦੀ ਆ। ਸੋ ਲੀਥੀਅਮ ਕੀ ਹੋ ਗਿਆ, ਸਭ ਤੋਂ ਘੱਟ ਰਿਐਕਟਿਵ। ਸੋ ਇਹ ਸਭ ਤੋਂ ਲੀਸਟ ਵਿਗਰਸਲੀ ਰਿਐਕਟ ਕਰੇਗਾ ਵਾਟਰ ਦੇ ਨਾਲ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਇਜ਼ ਦਾ ਥਰਡ ਕੁਐਸਚਨ, ਦ ਰਿਡਿਊਸਿੰਗ ਪਾਵਰ ਆਫ ਮੈਟਲ ਡਿਪੈਂਡ ਅਪੋਨ ਵੇਰੀਅਸ ਫੈਕਟਰ। ਜਿਹੜੀ ਰਿਡਿਊਸਿੰਗ ਪਾਵਰ ਹੈ ਨਾ ਮੈਟਲ ਦੀ, ਮਤਲਬ ਰਿਡਿਊਸ ਕਰਨ ਦੀ ਪਾਵਰ, ਉਹ ਅਲੱਗ-ਅਲੱਗ ਫੈਕਟਰ 'ਤੇ ਡਿਪੈਂਡ ਕਰਦੀ ਆ। ਸੁਜੈਸਟ ਕਰੋ ਉਹ ਵਾਲਾ ਫੈਕਟਰ ਵਿਚ ਮੇਕ ਦ ਲੀਥੀਅਮ ਸਟਰੋਂਗੈਸਟ ਰਿਡਿਊਸਿੰਗ ਏਜੰਟ ਇਨ ਦ ਐਕੁਆ ਸੋਲਿਊਸ਼ਨ। ਦੇਖੋ ਜਿਹੜਾ ਲੀਥੀਅਮ ਹੈ ਨਾ ਉਹ ਸਭ ਤੋਂ ਸਟਰੋਂਗੈਸਟ ਰਿਡਿਊਸਿੰਗ ਏਜੰਟ ਆ। ਕਿਉਂ ਆ ਉਹ, ਐਕਚੁਅਲੀ ਇਸ ਕਰਕੇ ਆ ਕਿਉਂਕਿ ਉਹਦੀ ਹਾਈਡਰੇਸ਼ਨ ਥੈਰੇਪੀ ਬਹੁਤ ਹਾਈ ਆ। ਹਾਈਡਰੇਸ਼ਨ ਥੈਰੇਪੀ ਹਾਈ ਕਿਉਂ ਆ, ਕਿਉਂਕਿ ਜਿਹੜਾ ਲੀਥੀਅਮ ਪੋਜ਼ਿਟਿਵ ਆਇਨ ਆ ਉਹਦਾ ਸਾਈਜ਼ ਕੀ ਆ, ਬਹੁਤ ਜ਼ਿਆਦਾ ਸਮਾਲ ਆ। ਸਭ ਤੋਂ ਪਹਿਲੇ ਨੰਬਰ 'ਤੇ ਨਾ ਡਾਊਨ ਦਾ ਗਰੁੱਪ ਸਾਈਜ਼ ਇਨਕਰੀਜ਼ ਕਰਦਾ, ਲੀਥੀਅਮ ਦਾ ਸਾਈਜ਼ ਸਭ ਤੋਂ ਘੱਟ। ਇਸ ਕਰਕੇ ਇਹਦੀ ਜਿਹੜੀ ਹਾਈਡਰੇਸ਼ਨ ਥੈਰੇਪੀ ਉਹ ਬਹੁਤ ਜ਼ਿਆਦਾ ਹਾਈ ਹੋਏਗੀ। ਇਸ ਕਰਕੇ ਸਟਰੋਂਗੈਸਟ ਰਿਡਿਊਸਿੰਗ ਏਜੰਟ ਆ ਇਨ ਦ ਐਕੁਅਸ ਸੋਲਿਊਸ਼ਨ। ਨੈਕਸਟ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ, ਮੈਟਲ ਕਾਰਬੋਨੇਟ ਡੀਕੰਪੋਜ਼ ਔਨ ਹੀਟਿੰਗ ਟੂ ਗਿਵ ਮੈਟਲ ਆਕਸਾਈਡ ਐਂਡ ਕਾਰਬਨ ਡਾਈਆਕਸਾਈਡ। ਕਿ ਜਿਹੜੇ ਮੈਟਲ ਕਾਰਬੋਨੇਟ ਆ ਨਾ ਉਹ ਡੀਕੰਪੋਜ਼ ਕਰਦੇ ਆ ਜਦੋਂ ਉਹਨਾਂ ਨੂੰ ਹੀਟ ਕਰਦੇ ਆ ਤੇ ਸਾਨੂੰ ਦਿੰਦੇ ਆ ਮੈਟਲ ਦੀ ਆਕਸਾਈਡ ਤੇ ਕਾਰਬਨ ਡਾਈਆਕਸਾਈਡ। ਉਹਨੇ ਪੁੱਛਿਆ ਇਹਨਾਂ ਵਿੱਚੋਂ ਕਿਹੜਾ ਮੈਟਲ ਕਾਰਬੋਨੇਟ ਆ ਜਿਹੜਾ ਮੋਸਟ ਸਟੇਬਲ ਆ ਥਰਮਲੀ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿੱਦਾਂ ਆਪਾਂ ਡਾਊਨ ਦਾ ਗਰੁੱਪ ਜਾਂਦੇ ਆ ਨਾ ਉੱਦਾਂ ਜਿਹੜੇ ਕਾਰਬੋਨੇਟ ਆ ਇਹਨਾਂ ਦੀ ਥਰਮਲ ਸਟੇਬਿਲਿਟੀ, ਅਲਕਲਾਈਨ ਅਰਥ ਮੈਟਲ ਆ ਨਾ ਸਾਰੀਆਂ ਦਿੱਤੀਆਂ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੋਂਸੀਅਮ, ਬੇਰੀਅਮ। ਐਸ ਬਲਾਕ ਮੈਂ ਤੁਹਾਨੂੰ ਆਲਰੇਡੀ ਕਰਾ ਚੁੱਕੀ ਹਾਂ ਹੈ ਨਾ, ਉਹ ਤੋਂ ਤੁਸੀਂ ਜਾ ਕੇ ਦੇਖ ਲੈਣਾ। ਸੋ ਜੇ ਆਪਾਂ ਡਾਊਨ ਦਾ ਗਰੁੱਪ ਗੱਲ ਕਰੀਏ, ਡਾਊਨ ਦਾ ਗਰੁੱਪ ਜਦੋਂ ਜਾਂਦੇ ਆ ਆਪਾਂ ਉੱਦਾਂ ਥਰਮਲ ਸਟੇਬਿਲਿਟੀ ਹੈ ਨਾ ਜਿਹੜੀ ਇਹਨਾਂ ਦੀ ਵੱਧਦੀ ਆ, ਥਰਮਲ ਸਟੇਬਿਲਿਟੀ ਵੱਧਦੀ ਆ। ਸੋ ਇਹਨਾਂ 'ਚ ਸਭ ਤੋਂ ਜ਼ਿਆਦਾ ਕਿਹਦੀ ਆ ਜਾਏਗੀ, ਬੇਰੀਅਮ ਕਲੋਰਾਈਡ ਦੀ, BaCO3। ਸੋ ਕਿਹਦੀ ਥਰਮਲ ਸਟੇਬਿਲਿਟੀ ਸਭ ਤੋਂ ਜ਼ਿਆਦਾ ਆ ਗਈ, BaCO3। ਤੇ ਇੱਕ ਨੋਟ ਕਰ ਲੈਣਾ ਕਿ ਅਲਕਲਾਈਨ ਅਰਥ ਮੈਟਲ ਦੇ ਵਿੱਚ ਐਸ ਵੀ ਮੂਵ ਡਾਊਨ ਦਾ ਗਰੁੱਪ ਉੱਥੇ ਥਰਮਲ ਸਟੇਬਿਲਿਟੀ ਆਫ ਮੈਟਲ ਕਾਰਬੋਨੇਟਸ ਕੀ ਕਰੇਗੀ, ਇਨਕਰੀਜ਼ ਕਰੇਗੀ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ answer. Which of the carbonate given below is unstable in air? ਮਤਲਬ 에ਅਰ ਦੇ ਵਿੱਚ ਅਨਸਟੇਬਲ ਆ, ਇਸ ਕਰਕੇ ਉਹਨੂੰ ਫਿਰ CO2 ਐਟਮੋਸਫੀਅਰ ਦੇ ਵਿੱਚ ਰੱਖਣਾ ਪੈਂਦਾ ਹੈ ਟੂ ਅਵੋਇਡ ਇਟਸ ਡੀਕੰਪੋਜੀਸ਼ਨ। ਠੀਕ ਹੈ, ਉਹ ਕਿਹੜੇ ਵਾਲਾ ਹੈਗਾ ਆ, ਉਹ ਹੈਗਾ ਆ BeCO3। ਇਹ ਜਿਹੜਾ ਆ ਸਭ ਤੋਂ ਘੱਟ ਇਲੈਕਟ੍ਰੋਪੋਜ਼ਿਟਿਵ ਕਰੈਕਟਰ ਜਾਂ ਕਹਿ ਸਕਦੇ ਹੋ ਲੀਸਟ ਬੇਸਿਸਿਟੀ ਇਹਦੀ ਹੋਣ ਕਰਕੇ ਬਹੁਤ ਘੱਟ ਸਟੇਬਲ ਆ। ਠੀਕ ਹੈ, ਲੈਸ ਸਟੇਬਲ ਆ, ਇਸ ਕਰਕੇ ਬਹੁਤ ਈਜ਼ੀਲੀ ਡੀਕੰਪੋਜ਼ ਹੋ ਜਾਂਦਾ। ਠੀਕ ਹੈ, ਸੋ ਇਸ ਕਰਕੇ ਆਪਾਂ ਕੀ ਕਰਦੇ ਇਹਨੂੰ, ਆਪਾਂ ਕਿਹਦੇ ਐਟਮੋਸਫੀਅਰ ਦੇ ਵਿੱਚ ਰੱਖਦੇ ਹਾਂ, CO2 ਦੇ ਐਟਮੋਸਫੀਅਰ ਦੇ ਵਿੱਚ। ਕਲੀਅਰ ਆ ਜੀ, ਓਕੇ। ਨੈਕਸਟ, ਮੈਟਲ ਫਾਰਮ ਬੇਸਿਕ ਹਾਈਡਰੋਕਸਾਈਡ। ਮੈਟਲ ਕਿਹੜੇ ਹਾਈਡਰੋਕਸਾਈਡ ਜਿਹੜੀਆਂ ਬਣਾਉਂਦੀਆਂ ਉਹ ਬੇਸਿਕ ਬਣਾਉਂਦੀਆਂ ਆ, ਪਤਾ ਹੀ ਹੈ ਸਾਨੂੰ, ਪਰ ਕਿਹੜਾ ਸਭ ਤੋਂ ਘੱਟ ਬੇਸਿਕ ਹੈਗਾ। ਦੇਖੋ ਅਗੇਨ ਐਜ਼ ਵੀ ਮੂਵ ਡਾਊਨ ਦਾ ਗਰੁੱਪ, ਜਦੋਂ ਆਪਾਂ ਡਾਊਨ ਦਾ ਗਰੁੱਪ ਜਾਂਦੇ ਆ ਨਾ ਜਿਹੜਾ ਬੇਸਿਕ ਕਰੈਕਟਰ ਆ ਇਹਨਾਂ ਦੇ ਅਲਕਲਾਈਨ ਅਰਥ ਮੈਟਲ ਦੇ ਹਾਈਡਰੋਕਸਾਈਡ ਦਾ ਉਹ ਵੱਧਦਾ ਆ ਐਜ਼ ਵੀ ਮੂਵ ਡਾਊਨ ਦਾ ਗਰੁੱਪ। ਤੇ ਜਿਹੜਾ ਹਾਈਡਰੋਕਸਾਈਡ ਨੇਚਰ ਆ ਨਾ ਇਹਦਾ, ਬੇਸਿਕ ਹਾਈਡਰੋਕਸਾਈਡ ਨੇਚਰ ਮੈਟਲ ਦਾ ਉਹ ਵੱਧਦਾ। ਸੋ ਉੱਪਰ ਵਾਲੇ ਦਾ ਕੀ ਹੋਏਗਾ ਫਿਰ ਸਭ ਤੋਂ ਘੱਟ। ਸੋ ਉੱਪਰ ਵਾਲਾ ਕਿਹੜਾ, ਮੈਗਨੀਸ਼ੀਅਮ ਹਾਈਡਰੋਕਸਾਈਡ। ਸੋ ਇਹਦਾ ਕੀ ਹੋ ਗਿਆ ਸਭ ਤੋਂ ਘੱਟ।
ਨੈਕਸਟ 7th ਦੇਖਦੇ ਹਾਂ। ਸਮ ਆਫ ਦ ਗਰੁੱਪ 2 ਮੈਟਲ ਹੈਲਾਈਡ ਆਰ ਕੋਵੈਲੈਂਟ ਐਂਡ ਸੋਲੂਬਲ ਇਨ ਦ ਆਰਗੈਨਿਕ ਸੋਲਵੈਂਟ। ਠੀਕ ਹੈ, ਗਰੁੱਪ 2 ਦੇ ਜਿਹੜੇ ਹੈਲਾਈਡਸ ਆ ਉਹ ਕੋਵੈਲੈਂਟ ਆ ਤੇ ਸੋਲੂਬਲ ਆ ਆਰਗੈਨਿਕ ਸੋਲਵੈਂਟ ਦੇ ਵਿੱਚ। ਕਿਹੜਾ ਉਹਨੇ ਪੁੱਛਿਆ ਮੈਟਲ ਹੈਲਾਈਡ ਆ ਜਿਹੜਾ ਸੋਲੂਬਲ ਹੋਏਗਾ ਇਥੇਨੋਲ ਦੇ ਵਿੱਚ। ਠੀਕ ਹੈ, ਦੇਖੋ ਜਿਹੜਾ ਹੈਗਾ ਨਾ BE ਉਹਦਾ ਸਭ ਤੋਂ ਸਮਾਲ ਸਾਈਜ਼ ਆ ਤੇ ਇਲੈਕਟ੍ਰੋਨੈਗੇਟਿਵਿਟੀ ਬਹੁਤ ਜ਼ਿਆਦਾ, ਹਾਈ ਨਿਸ਼ਨਥੈਲਪੀ ਪਤਾ ਨਾ ਪਹਿਲੇ ਵਾਲੇ ਦਾ ਸਮਾਲ ਸਾਈਜ਼, ਹਾਈ ਇਲੈਕਟ੍ਰੋਨੈਗੇਟਿਵਿਟੀ, ਹਾਈ ਨਿਸ਼ਨਥੈਲਪੀ ਹੁੰਦੀ ਆ। ਮੈਂ ਆਲਰੇਡੀ ਕਰਵਾ ਚੁੱਕੀ ਕਾਫੀ ਚੀਜ਼ਾਂ। ਤੇ ਇਸ ਲਈ ਜਿਹੜਾ BeCl2 ਹੋਏਗਾ ਪਹਿਲੇ ਵਾਲੇ ਕੋਵੈਲੈਂਟ ਹੋਏਗਾ ਨੇਚਰ ਦੇ ਵਿੱਚ, ਕੋਵੈਲੈਂਟ ਹੋਣ ਕਰਕੇ ਆਰਾਮ ਨਾਲ ਆਰਗੈਨਿਕ ਸੋਲਵੈਂਟ ਲਾਈਕ ਇਥੇਨੋਲ ਦੇ ਵਿੱਚ ਕੀ ਕਰੇਗਾ, ਘੁਲ ਜਾਏਗਾ। ਸੋ ਦਿਸ ਇਜ਼ ਦਾ ਰਾਈਟ ਆਂਸਰ 7 ਦਾ A। ਆਰਡਰ ਆਫ ਡਿਕਰੀਜ਼ਿੰਗ ਆਇਨੇਸ਼ਨ-ਥੈਲਪੀ ਇਨ ਦ ਅਲਕਲੀ ਮੈਟਲ। ਅਸੀਂ ਆਇਨੇਸ਼ਨ-ਥੈਲਪੀ ਦਾ ਡਿਕਰੀਜ਼ਿੰਗ ਆਰਡਰ ਤੁਹਾਨੂੰ ਪਤਾ ਹੀ, ਐਜ਼ ਵੀ ਮੂਵ ਡਾਊਨ ਦਾ ਗਰੁੱਪ ਆਇਨੇਸ਼ਨ-ਥੈਲਪੀ ਡਿਕਰੀਜ਼ਿਸ ਜਿੱਦਾਂ ਦਾ ਆਪਾਂ ਡਾਊਨ ਦਾ ਗਰੁੱਪ ਜਾਂਦੇ ਹਾਂ। ਸੋ C ਆਪਸ਼ਨ ਇਜ਼ ਦਾ ਰਾਈਟ ਆਂਸਰ। ਲੀਥੀਅਮ ਦੀ ਸਭ ਤੋਂ ਸੋਡੀਅਮ ਦੀ ਉੱਤੋਂ ਘੱਟ, ਪੋਟਾਸ਼ੀਅਮ ਦੀ ਉੱਤੋਂ ਘੱਟ, ਰਬੀਡੀਅਮ ਦੀ ਉੱਤੋਂ ਘੱਟ। ਨੈਕਸਟ ਹੈ ਜੀ ਸੋਲੂਬਿਲਿਟੀ ਆਫ ਮੈਟਲ ਹਾਈਡ ਡਿਪੈਂਡ ਅਪੋਨ ਦੇਅਰ ਨੇਚਰ। ਠੀਕ ਹੈ, ਉੱਤੇ ਨੇਚਰ 'ਤੇ ਡਿਪੈਂਡ ਕਰਦੀ ਆ। ਸੋ ਅੱਗੇ ਕੁਐਸਚਨ ਹੈ ਲੈਟਿਸ ਐਂਥੈਲਪੀ ਐਂਡ ਹਾਈਡਰੇਸ਼ਨ ਐਂਥੈਲਪੀ ਆਫ ਇੰਡੀਵਿਜੂਅਲ ਆਇਨ। ਜੇ ਗੱਲ ਕਰੀਏ ਫਲੋਰਾਈਡਸ ਦੀ ਅਲਕਲੀ ਮੈਟਲ ਦੇ ਤਾਂ LiF ਜਿਹੜਾ ਨਾ ਉਹਦੀ ਸਭ ਤੋਂ ਘੱਟ ਸੋਲੂਬਿਲਿਟੀ ਆ, ਸਭ ਤੋਂ ਘੱਟ। ਕਿਉਂ? ਦੇਖੋ ਸੋਲੂਬਿਲਿਟੀ ਲਈ ਕੀ ਹੁੰਦਾ, ਇੱਕ ਚੀਜ਼ਾਂ ਹੁੰਦੀਆਂ, ਇੱਕ ਅਸੀਂ ਦੇਖਦੇ ਲੈਟਿਸ ਐਂਥੈਲਪੀ ਤੇ ਇੱਕ ਦੇਖਦੇ ਹਾਈਡਰੇਸ਼ਨ ਐਂਥੈਲਪੀ। ਲੈਟਿਸ ਐਂਥੈਲਪੀ ਸ਼ੁੱਡ ਬੀ ਹਾਈ, ਲੈਟਿਸ ਐਂਥੈਲਪੀ, ਹਾਈਡਰੇਸ਼ਨ ਐਂਥੈਲਪੀ ਸ਼ੁੱਡ ਬੀ ਹਾਈ। ਠੀਕ ਆ, ਫॉर द ਸੋਲੂਬਿਲਿਟੀ। ਬਟ LiF ਦੇ ਕੇਸ ਦੇ ਵਿੱਚ ਕੀ ਆ, ਸਮਾਲ ਸਾਈਜ਼ ਆ, ਲਿਥੀਅਮ ਪੋਜ਼ਿਟਿਵ ਤੇ F ਨੈਗੇਟਿਵ ਦਾ। ਸਮਾਲ ਸਾਈਜ਼ ਹੋਣ ਕਰਕੇ ਲੈਟਿਸ ਐਂਥੈਲਪੀ ਦੀ ਬਹੁਤ ਜ਼ਿਆਦਾ ਵੱਧ ਜਾਂਦੀ ਹਾਈਡਰੇਸ਼ਨ ਐਂਥੈਲਪੀ ਨਾਲੋਂ। ਲੈਟਿਸ ਐਂਥੈਲਪੀ ਹਾਈਡਰੇਸ਼ਨ ਐਂਥੈਲਪੀ ਨਾਲੋਂ ਕੀ ਕਰ ਜਾਂਦੀ, ਬਹੁਤ ਜ਼ਿਆਦਾ ਵੱਧ ਜਾਂਦੀ ਆ। ਲੈਟਿਸ ਐਂਥੈਲਪੀ ਜੇ ਜ਼ਿਆਦਾ ਹੋ ਗਈ ਹਾਈਡਰੇਸ਼ਨ ਐਂਥੈਲਪੀ ਨਾਲੋਂ, ਉਹਨੇ ਸੋਲੂਬਲ ਨਹੀਂ ਹੋਣਾ, ਉਹਦੀ ਸੋਲੂਬਿਲਿਟੀ ਘੱਟ ਜਾਣੀ ਆ। ਹਾਈਡਰੇਸ਼ਨ ਐਂਥੈਲਪੀ ਜ਼ਿਆਦਾ ਹੋਣੀ ਚਾਹੀਦੀ ਆ। ਸੋ ਇਸ ਕਰਕੇ ਇਹਦਾ ਰਾਈਟ ਆਂਸਰ ਕੀ ਆ ਜਾਏਗਾ 9th ਦਾ B ਆਪਸ਼ਨ, ਕੀ ਇਹਦੀ ਹਾਈ ਕੀ ਆ, ਲੈਟਿਸ ਐਂਥੈਲਪੀ, ਇਸ ਕਰਕੇ ਘੱਟ ਸੋਲੂਬਲ ਹੈਗਾ। ਨੈਕਸਟ ਐਮਫੋਟੈਰਿਕ ਹਾਈਡਰੋਕਸਾਈਡ ਰਿਐਕਟ ਕਰ ਜਾਂਦੇ ਆ ਬਹੁਤ, ਤੁਹਾਨੂੰ ਪਤਾ ਐਸਿਡ ਨਾਲ ਬੇਸ ਨਾਲ ਦੋਨਾਂ ਨਾਲ ਕਰ ਜਾਂਦੇ ਆ। ਇਹਨਾਂ 'ਚੋਂ ਦੱਸਣਾ ਕਿਹੜਾ ਹੈਗਾ। ਠੀਕ ਹੈ, ਇਹਦੇ ਵਿੱਚੋਂ ਜਿਹੜਾ BeOH2 ਆ ਨਾ ਉਹ ਐਮਫੋਟੈਰਿਕ ਹੁੰਦਾ। ਠੀਕ ਹੈ, ਐਮਫੋਟੈਰਿਕ। ਨੈਕਸਟ ਹੈ ਇਨ ਦੀ ਸਿੰਥੇਸਿਸ ਆਫ ਸੋਡੀਅਮ ਕਾਰਬੋਨੇਟ। ਜੇ ਅਸੀਂ ਸੋਡੀਅਮ ਕਾਰਬੋਨੇਟ ਬਣਾਉਣਾ ਹੈਗਾ ਆ, ਠੀਕ ਹੈ, ਦ ਰਿਕਵਰੀ ਆਫ ਅਮੋਨੀਆ ਇਜ਼ ਡਨ ਬਾਈ ਟ੍ਰੀਟਿੰਗ NH4Cl ਵਿਦ CaOH2। ਤਾਂ ਬਾਈ ਪ੍ਰੋਡਕਟ ਸਾਨੂੰ ਕੀ ਮਿਲਦਾ, ਜਿਹਨਾਂ ਦੋਨਾਂ ਦੀ ਆਪਾਂ ਰਿਐਕਸ਼ਨ ਕਰਾਈਏ ਨਾ, ਤਾਂ ਬਾਈ ਪ੍ਰੋਡਕਟ ਸਾਨੂੰ ਮਿਲਦਾ CaCl2। ਕਲੀਅਰ। ਨੈਕਸਟ ਕੁਐਸਚਨ ਹੈ ਕਿ ਜਦੋਂ ਸੋਡੀਅਮ ਨੂੰ ਡਿਜ਼ੋਲਵ ਕੀਤਾ ਜਾਂਦਾ ਇਨ ਦਾ ਲਿਕੁਇਡ ਅਮੋਨੀਆ ਤਾਂ ਸੋਲਿਊਸ਼ਨ ਆਫ ਡੀਪ ਬਲੂ ਕਲਰ ਅਬਟੇਨ ਹੁੰਦਾ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਠੀਕ ਆ, ਉਹ ਕਲਰ ਕਿਉਂ ਹੁੰਦਾ? ਉਹ ਹੁੰਦਾ ਅਮੋਨੀਏਟਡ ਇਲੈਕਟ੍ਰੋਨ ਕਰਕੇ। ਕਿਹਦੇ ਕਰਕੇ ਹੁੰਦਾ? ਅਮੋਨੀਏਟਡ ਇਲੈਕਟ੍ਰੋਨ ਕਰਕੇ। ਨੈਕਸਟ ਬਾਈ ਐਡਿੰਗ ਜਿਪਸਮ ਟੂ ਦਾ ਸੀਮੈਂਟ। ਜੇ ਆਪਾਂ ਜਿਪਸਮ ਨੂੰ ਐਡ ਕਰ ਦਈਏ ਸੀਮੈਂਟ ਦੇ ਵਿੱਚ, ਉਹਨਾਂ ਸੈਟਿੰਗ ਟਾਈਮ ਜਿਹੜਾ ਸੀਮੈਂਟ ਦਾ ਘੱਟ ਹੋ ਜਾਏਗਾ ਜਾਂ ਵੱਧ ਜਾਏਗਾ, ਜਾਂ ਕਲਰ ਲਾਈਟ ਹੋ ਜਾਏਗਾ, ਜਾਂ ਸ਼ਾਈਨਿੰਗ ਸਰਫੇਸ ਆਏਗਾ। ਇਹਨਾਂ ਦਾ ਸੈਟਿੰਗ ਟਾਈਮ ਜਿਹੜਾ ਆ ਉਹ ਕੀ ਕਰ ਜਾਂਦਾ, ਇਨਕਰੀਜ਼ ਕਰ ਜਾਂਦਾ। ਨੈਕਸਟ ਦਾ ਫਾਰਮੂਲਾ ਆਫ ਡੈਡ ਬਰਨਡ ਪਲਾਸਟਰ। ਡੈਡ ਬਰਨਡ ਪਲਾਸਟਰ ਦਾ ਫਾਰਮੂਲਾ ਹੈਗਾ CaSO4। ਨੈਕਸਟ ਹੈਗਾ ਸਸਪੈਂਸ਼ਨ ਆਫ ਸਲੇਕ ਲਾਈਮ ਇਨ ਵਾਟਰ। ਸਲੇਕ ਲਾਈਮ ਨੂੰ ਜੇ ਆਪਾਂ ਵਾਟਰ ਦੇ ਵਿੱਚ ਪਾਈਏ, ਜਿਹੜੀ ਸਸਪੈਂਸ਼ਨ ਆ ਉਹ ਵਾਲੀ, ਉਹਦਾ ਨਾਮ ਕੀ ਹੋਏਗਾ? ਮਿਲਕ ਆਫ ਲਾਈਮ। ਕੀ ਹੋਏਗਾ? ਮਿਲਕ ਆਫ ਲਾਈਮ। ਨੈਕਸਟ ਵਿਚ ਆਫ ਦ ਫੋਲੋਇੰਗ ਐਲੀਮੈਂਟ ਡਜ਼ ਨਾਟ ਫਾਰਮ ਹਾਈਡਰਾਈਡ ਬਾਈ ਡਾਇਰੈਕਟ ਹੀਟਿੰਗ ਵਿਦ ਡਾਈਹਾਈਡਰੋਜਨ। ਕਿ ਇਹਨਾਂ ਵਿੱਚੋਂ ਕਿਹੜਾ ਐਲੀਮੈਂਟ ਆ ਜਿਹੜਾ ਹਾਈਡਰਾਈਡਸ ਨਹੀਂ ਬਣਾਉਂਦਾ? ਠੀਕ ਹੈ, ਜਦੋਂ ਉਹਨੂੰ ਡਾਇਰੈਕਟ ਹੀਟ ਕਰਦੇ ਵਿਦ ਦਾ ਡਾਈਹਾਈਡਰੋਜਨ। ਸੋ ਰਾਈਟ ਆਂਸਰ ਇਜ਼ BE। Next is 17 question. The formula of soda ash. Soda ash the formula on the Na2CO3. A substance which give a brick red flame and break down on heating to give oxygen and a brown gas. ਕਿਹੜਾ ਸਬਸਟੈਂਸ ਹੈਗਾ ਜਿਹੜਾ ਬ੍ਰਿਕ ਰੈੱਡ ਫਲੇਮ ਦਿੰਦਾ ਤੇ ਬ੍ਰੇਕ ਡਾਊਨ ਹੋ ਜਾਂਦਾ ਆ ਹੀਟਿੰਗ ਕਰਨ ਤੇ ਦਿੰਦਾ ਸਾਨੂੰ ਆਕਸੀਜਨ ਐਂਡ ਬਰਾਊਨ ਗੈਸ? ਉਹ ਹੈਗਾ ਕੈਲਸ਼ੀਅਮ ਨਾਈਟ੍ਰੇਟ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ CaOH2? It used in the preparation of bleaching powder. Yes, this is the right answer. ਇਹੀ ਤਾਂ ਹੈ ਜਿਹੜਾ ਬਲੀਚਿੰਗ ਪਾਊਡਰ ਬਣਾਉਣ ਲਈ ਯੂਜ਼ ਹੁੰਦਾ। ਨੈਕਸਟ ਇੱਕ ਕੈਮੀਕਲ ਤੁਸੀਂ ਯੂਜ਼ ਕੀਤਾ ਵਾਸ਼ਿੰਗ ਸੋਡਾ ਬਣਾਉਣ ਲਈ ਟੂ ਰਿਕਵਰ ਅਮੋਨੀਆ। ਜਦੋਂ CO2 ਉਹਦੇ ਵਿੱਚ ਬਬਲ ਕੀਤੀ ਗਈ ਤਾਂ ਸੋਲਿਊਸ਼ਨ ਜਿਹੜਾ ਮਿਲਕੀ ਹੋ ਗਿਆ ਥੋੜ੍ਹਾ, ਅਤੇ ਇਹਨੂੰ ਅਸੀਂ ਯੂਜ਼ ਕਰਦੇ ਹਾਂ ਦਾ ਵਾਸ਼ਿੰਗ ਸੋਡਾ ਡਿਊ ਟੂ ਡਿਸਇਨਫੈਕਟਡ ਨੇਚਰ। ਅਤੇ ਕੈਮੀਕਲ ਫਾਰਮੂਲਾ A ਦਾ ਕੀ ਹੋਏਗਾ? CaHCO3 2। ਠੀਕ ਹੈ, ਨੋ ਸੌਰੀ, ਇਟਸ ਫਾਰਮੂਲਾ CaOH2 ਹੋਏਗਾ। ਕਲੀਅਰ? ਤਾਂ ਸੌਰੀ, ਇਹਦਾ ਰਾਈਟ ਆਂਸਰ ਕੀ ਆਏਗਾ? CaOH2। ਨੈਕਸਟ ਇਜ਼ ਦ ਡੀਹਾਈਡਰੇਸ਼ਨ ਆਫ ਹਾਈਡਰਾਈਡਸ
of hydrates, dehydration of hydrates of halide of calcium, barium, strontium, ये सारे ਦਿੱਤੇ ਹੋਏ ਆ। ਇਹਨਾਂ ਨੂੰ ਅਸੀਂ ਅਚੀਵ ਕੀਤਾ ਬਾਈ ਹੀਟਿੰਗ। these become wet on keeping in air, ਜਦੋਂ 에ਅਰ 'ਚ ਰੱਖ ਦਿੱਤਾ ਵੈਟ ਹੋ ਜਾਂਦੇ ਆ। which of the following statement is correct about these halide, ਕਿਹੜੀ ਸਟੇਟਮੈਂਟ ਕਰੈਕਟ ਹੈਗੀ ਹੈ ਦੇਖੋ। ਇਹ ਡੀਹਾਈਡਰੇਟਿੰਗ ਏਜੰਟ ਆ। next can absorb moisture from the air, tendency to form hydrate due to decrease from calcium to barium, tendency to form hydrate decreases from calcium। ਸਾਰੇ ਆਪਸ਼ਨ ਇਹਦੇ ਰਾਈਟ ਹੈਗੇ ਨੇ, ਠੀਕ ਹੈ। ਸੋ ਇਹ ਕੁਐਸਚਨ ਜਿਹੜੇ ਆ ਇਹ ਐਸ ਬਲਾਕ ਦੇ ਵਿੱਚੋਂ, ਨੈਕਸਟ ਜਿਹੜੇ ਕੁਐਸਚਨ ਹੈਗੇ ਵੀ ਐਸ ਬਲਾਕ ਦੇ ਵਿੱਚੋਂ ਹੀ ਆ, ਬਟ ਇਹਦੇ ਵਿੱਚ ਦੋ ਆਨਸਰ ਆਣਗੇ ਇਹਨਾਂ ਦੇ, 2 ਜਾਂ 3 ਆਪਸ਼ਨਸ ਰਾਈਟ ਹੋਣਗੇ। ਪਹਿਲਾ ਹੈ metallic element are described by their standard electron potential, fusion enthalpy, atomic size, etc. ਤੇ alkali metal are characterized which of the following property, ਇਹਨਾਂ ਚੋਂ alkali metal ਦੀ ਇਹਨਾਂ ਚੋਂ ਕਿਹੜੀ ਪ੍ਰੋਪਰਟੀ ਹੈਗੀ ਹੈ। ਪਹਿਲੀ high boiling point, दूसरी हाई नैगेटिव स्टैंडर्ड इलैक्ट्रोड पोटेंशियल, हाई डेंसिटी, लार्ज एटॉमिक साइज़। देखो ये दो प्रॉपर्टीज़ हैगियां। पहली तो इन्हां दा हाई नैगेटिव इलैक्ट्रोड पोटेंशियल हुंदा, दूसरा तुहानूं पता है जिन्नियां भी पहलियां अल्कली मैटल दा इन्हां दा साइज़ की हुंदा, हाई हुंदा है ना, लार्ज हुंदा। सैवरल सोडियम कंपाउंड फाइंड यूज इन इंडस्ट्री, विच ऑफ द फॉलोइंग कंपाउंड यूज टू द टैक्सटाइल इंडस्ट्री। टैक्सटाइल इंडस्ट्री दे विच इन्हां चों किहड़ा यूज़ किया जाता है, ठीक है, वो देखांगे आपां। एक तो Na2CO3 यूज़ किया जाता, एक साडे कोल NaOH यूज़ किया जाता। नैक्सट है इन्हां विचों किहड़े कंपाउंड आ जिहड़े बहुत जल्दी सॉल्यूबल हो जाते वाटर के विच, वो है BeSO4 ते MgS, उपर वाले, नीचे वाले ईजीली नहीं होंगे, ठीक है। वैन जियोलाइट्स, जिहड़ियां जियोलाइट्स आ विच इज़ हाइड्रेटेड सोडियम एलूमीनियम सिलिकेट कहा जाता है इन्होंने, उन्होंने हार्ड वाटर ने ट्रीट किया तो आयन एक्सचेंज होंगे, तुहानूं पता हार्ड वाटर 'ਚ 2 आयन होंगे, कैल्शियम ते मैगनीशियम दे। सो BC इज़ द राइट आंसर। आइडेंटिफाई करना करैक्ट फॉर्मूला ऑफ हैलाइड ऑफ अल्कलाइन अर्थ मैटल फ्रॉम द फॉलोइंग। करैक्ट फॉर्मूला ऑफ हैलाइड ऑफ अल्कलाइन अर्थ मैटल फ्रॉम द फॉलोइंग किहड़ा होएगा। एक BaCl2 हाँ जी 2 आएगा, नाल 2 वाटर आएगा, तो एक ये होएगा CaCl2 6 वाटर, ठीक है। दोनों इंपॉर्टेंट 26 का A ते C ऑप्शन आएगा तुहाडे को। नैक्सट 27 करेक्ट द चूज द करेक्ट स्टेटमेंट फ्रॉम द फॉलोइंग। पहला है बेरिलियम इज़ नॉट रेडिली अटैक्ड बाय एसिड बिकॉज ऑफ द प्रेजेंस ऑफ ऑक्साइड फिल्म ऑन द सरफेस ऑफ मैटल। बिल्कुल राइट कि जो बेरिलियम है ना वो ईजीली जोड़ा रेडिली अटैक नहीं होंदा बाय एसिड, क्यों, क्योंकि वो ना एक ऑक्साइड फिल्म बन जाती सरफेस के उपर। पहला सही हैगा। नेक्स्ट बेरिलियम सल्फेट इज़ रेडली सॉल्यूबल इन वाटर, द ईजीली सॉल्यूबल हो जाता है, नहीं डाउन द ग्रुप सॉल्यूबिलिटी वधदी सी ना। C देखो ਇਹਦਾ नेक्स्ट 27 ਦਾ बेरिलियम एग्जिबिट कोऑर्डिनेशन नंबर मोर दैन 4, यस ਇਹਦਾ 4 तो ज़्यादा हो सकता कोऑर्डिनेशन नंबर, सो A ते C राइट आंसर। ये प्योरली एसिडिक नहीं, गलत है। नेक्स्ट विच ऑफ द फॉलोइंग आर करेक्ट रीजन फॉर द एनामलिस बिहेवियर ऑफ लिथियम। एनामलिस का दसिया मैं तुहानूं साइज़, हाई पोलराइजिंग पावर, हाई डिग्री ऑफ हाइड्रेशन, एक्सैप्शनली लो आयनेशन एंथैल्पी, नहीं एंथैल्पी तो ज़्यादा होंगी समां उपर वाली हाई होंगी ना आयनेशन एंथैल्पी, मैं एनामलिस बिहेवियर कराया होया। सो A B C इज़ द राइट आंसर। ये 3 ऑप्शन राइट होंगे A B C। सो जी मैं तुहानूं MCQs करवा दिते, कर लेना। जो वीडियो पसंद है लाइक एंड कमेंट करके दस देना। थैंक्स फॉर वॉचिंग द वीडियो।